गुड मॉर्निंग स्टूडेंट्स। मैं सपनदीप कौर, मैथ मिस्ट्रेस, गवर्नमेंट हाई स्कूल लेहल, ब्लॉक ਧਾਰੀਵਾਲ 1 ਡਿਸਟ੍ਰਿਕਟ ਗੁਰਦਾਸਪੁਰ ਤੋਂ ਅੱਜ ਮੈਂ ਤੁਹਾਨੂੰ 9ਵੀਂ ਕਲਾਸ ਮੈਥ ਦੀ ਨੈਕਸਟ ਅਸਾਈਨਮੈਂਟ 174 ਸਿਖਾਵਾਂਗੀ। ਬੱਚਿਓ, ਇਹ ਅਸਾਈਨਮੈਂਟਸ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਤਿਆਰ ਕੀਤੀਆਂ ਜਾ ਰਹੀਆਂ ਹਨ ਅੰਡਰ ਦਾ ਗਾਈਡੈਂਸ ਆਫ ਆਵਰ ਡਿਸਟ੍ਰਿਕਟ ਮੈਂਟੋਰ ਮਿਸਟਰ ਗੁਰਨਾਮ ਸਿੰਘ। ਅੱਜ ਦਾ ਸਾਡਾ ਟੌਪਿਕ ਹੈ ਪ੍ਰੋਪਰਟੀਜ਼ ਆਫ ਕੁਆਡਰੀਲੇਟਰਲਸ, ਚਤੁਰਭੁਜਾਵਾਂ ਦੇ ਗੁਣ। ਅੱਜ ਅਸੀਂ ਇਸ ਅਸਾਈਨਮੈਂਟ ਵਿੱਚ 8.1 ਦੇ ਕੁਝ ਟੌਪਿਕ ਡਿਸਕਸ ਕਰਾਂਗੇ ਅਤੇ 3 ਥਿਊਰਮਸ ਜਿਹੜੀਆਂ ਕਿ ਸਮਾਂਤਰ ਚਤੁਰਭੁਜ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਬੱਚਿਓ, ਟਾਈਪਸ ਆਫ ਕੁਆਡਰੀਲੇਟਰਲ ਜਦੋਂ ਤੁਸੀਂ ਪੜ੍ਹਿਆ ਸੀਗਾ ਉਹਦੇ ਵਿੱਚ ਇੱਕ ਟਾਈਪ ਸੀਗੀ ਸਮਾਂਤਰ ਚਤੁਰਭੁਜ। ਉਹਦੇ ਵਿੱਚ ਅਸੀਂ ਅੱਜ ਸਮਾਂਤਰ ਚਤੁਰਭੁਜ ਦੇ ਬਾਰੇ ਹੀ ਡੀਪਲੀ ਡਿਸਕਸ ਕਰਾਂਗੇ ਕਿ ਉਸ ਦੀਆਂ ਭੁਜਾਵਾਂ ਕਿਵੇਂ ਦੀਆਂ ਹੁੰਦੀਆਂ ਨੇ, ਉਸ ਦੇ ਕੋਣ ਕਿਵੇਂ ਦੇ ਹੁੰਦੇ ਨੇ ਅਤੇ ਉਸ ਦੇ ਵਿਕਰਨ ਕਿਵੇਂ ਦੇ ਹੁੰਦੇ ਹਨ। 1 ਬਾਈ 1 ਅਸੀਂ ਸਾਰਿਆਂ ਨੂੰ ਸਮਝਾਂਗੇ। ਫਸਟ ਪੁਆਇੰਟ ਹੈ, ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ। ਇਹਨੂੰ ਅਸੀਂ ਇੱਕ ਐਕਟੀਵਿਟੀ ਰਾਹੀਂ ਸਮਝਾਂਗੇ ਕਿ ਈਚ ਪੇਅਰ ਆਫ ਆਪੋਜ਼ਿਟ ਸਾਈਡਸ ਆਫ ਦਾ ਪੈਰਲੈਲੋਗ੍ਰਾਮ ਇਜ਼ ਇਕੁਅਲ। ਸਮਾਂਤਰ ਚਤੁਰਭੁਜ ਨੂੰ ਪਹਿਲੇ ਅਸੀਂ ਬਣਾਵਾਂਗੇ, ਕੰਸਟਰਕਟ ਕਰਾਂਗੇ ਪੈਰਲੈਲੋਗ੍ਰਾਮ, ਜਿਹਦੇ ਵਾਸਤੇ ਸਾਨੂੰ ਇੱਕ ਪਹਿਲੇ ਲਾਈਨ ਚਾਹੀਦੀ ਹੈ ਏ ਬੀ। ਅਸੀਂ ਲਾਈਨ ਬਣਾ ਲਈ, ਇਹਦੇ ਬਿਲਕੁਲ ਸਮਾਂਤਰ ਬਿਲਕੁਲ ਪੈਰਲਰ ਇੱਕ ਹੋਰ ਅਸੀਂ ਲਾਈਨ ਡਰਾ ਕਰਾਂਗੇ ਫਰੋਮ ਪੁਆਇੰਟ ਸੀ। ਸਮਾਂਤਰ ਚਤੁਰਭੁਜ ਦੇ ਵਿੱਚ ਅਜਿਹੇ 2 ਜੋੜੇ ਚਾਹੀਦੇ ਨੇ ਜਿਹੜੇ ਸਮਾਂਤਰ ਰੇਖਾਵਾਂ ਦੇ ਜੋੜੇ ਹੋਣ। ਪਹਿਲਾ ਪੇਅਰ ਅਸੀਂ ਬਣਾ ਲਿਆ, ਦੂਸਰਾ ਬਣਾਉਣ ਲੱਗੇ ਹਾਂ। ਪਹਿਲੇ ਇੱਕ ਲਾਈਨ ਡਰਾ ਕਰ ਲੈਂਦੇ ਹਾਂ ਬੀ ਤੇ ਸੀ। ਹੁਣ ਬੀ ਤੇ ਸੀ ਦੇ ਬਿਲਕੁਲ ਪੈਰਲਰ ਏ ਤੋਂ ਅਸੀਂ ਇੱਕ ਲਾਈਨ ਡਰਾ ਕਰਾਂਗੇ। ਜਿੱਥੇ ਦੋਨੋਂ ਲਾਈਨਾਂ ਮਿਲੀਆਂ ਨੇ ਉੱਥੇ ਅਸੀਂ ਇੱਕ ਪੁਆਇੰਟ ਦੇਵਾਂਗੇ, ਇੰਟਰਸੈਕਟ ਪੁਆਇੰਟ, ਪੁਆਇੰਟ ਡੀ। ਬੱਚਿਓ, ਜਿਹੜੀ ਸੈਂਟਰ ਦੇ ਵਿੱਚ ਇਨਕਲੋਜ਼ਡ ਫਿਗਰ ਆ ਰਹੀ ਹੈ, ਦਿਸ ਇਜ਼ ਕਾਲਡ ਪੈਰਲੈਲੋਗ੍ਰਾਮ ਏ ਬੀ ਸੀ ਡੀ, ਕਿਉਂਕਿ ਅਸੀਂ 2 ਸਮਾਂਤਰ ਰੇਖਾਵਾਂ ਦੇ ਜੋੜਿਆਂ ਨੂੰ ਮਿਲਾ ਕੇ ਬਣਾਈ ਹੈ। ਹੁਣ ਇਹਦੀਆਂ ਭੁਜਾਵਾਂ ਦੀ ਗੱਲ ਕਰ ਲੈਂਦੇ ਹਾਂ ਕਿ ਇਹਦੀਆਂ ਭੁਜਾਵਾਂ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਪਹਿਲਾ ਪੁਆਇੰਟ ਪਹਿਲੀ ਥਿਊਰਮ ਅਸੀਂ ਇਹੀ ਡਿਸਕਸ ਕਰਨੀ ਹੈ ਕਿ ਇਹਦੀ ਭੁਜਾਵਾਂ ਕਿਵੇਂ ਦੀਆਂ ਨੇ। ਉਹਦੇ ਵਾਸਤੇ ਅਸੀਂ ਪਹਿਲੇ ਭੁਜਾਵਾਂ ਦੀ ਲੈਂਥ ਦੇਖ ਲੈਂਦੇ ਹਾਂ। ਇਸ ਭੁਜਾਵਾਂ ਦੀ ਵਾਰੀ ਸਾਰਿਆਂ ਦੀ ਲੈਂਥ ਅਸੀਂ ਮੈਜਰ ਕਰ ਲੈਂਦੇ ਹਾਂ। ਏ ਬੀ ਦੀ ਲੈਂਥ ਅਸੀਂ ਮੈਜਰ ਕਰਕੇ ਲਿਖ ਲਈ, ਬੀ ਤੇ ਸੀ, ਸੀ ਤੇ ਡੀ, ਡੀ ਤੇ ਏ। ਹੁਣ ਸਾਰਿਆਂ ਵੱਲ ਜ਼ਰਾ ਧਿਆਨ ਨਾਲ ਦੇਖੋ, ਕੁਝ ਤੁਹਾਨੂੰ ਸਮਾਨਤਾ ਨਜ਼ਰ ਆ ਰਹੀ ਹੈ, ਕੁਝ ਕਾਮਨ ਚੀਜ਼ ਨਜ਼ਰ ਆ ਰਹੀ ਹੈ। ਅਗਰ ਮੈਂ ਇਸ ਭੁਜਾਵਾਂ ਦੀ ਲੰਬਾਈ ਚੇਂਜ ਵੀ ਕਰ ਦੇਵਾਂ, ਪੈਰਲੈਲੋਗ੍ਰਾਮ ਦਾ ਸਾਈਜ਼ ਮੈਂ ਵਧਾ ਰਹੀ ਹਾਂ, ਥੋੜ੍ਹਾ ਮੈਂ ਛੋਟਾ ਕਰ ਦਿੱਤਾ ਸਾਈਜ਼, ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਕਾਮਨ ਆ ਰਹੀਆਂ ਨੇ ਉਹਨਾਂ 'ਤੇ ਤੁਸੀਂ ਧਿਆਨ ਦੇਣਾ ਆ। ਕਿਹੜੀ ਚੀਜ਼ ਕਾਮਨ ਆ ਰਹੀ ਹੈ ਬੱਚਿਓ? ਉਹ ਆ ਰਹੀ ਹੈ ਸਾਡੇ ਕੋਲ ਇੱਕ ਆਪੋਜ਼ਿਟ ਜਿਹੜੀਆਂ ਸਾਈਡਸ ਨੇ ਉਹਨਾਂ ਦੀ ਲੈਂਥ ਇਕੁਅਲ ਆ ਰਹੀ ਹੈ, ਬਰਾਬਰ, ਕਿ ਜਿਹੜੀਆਂ ਸਨਮੁਖ ਭੁਜਾਵਾਂ ਨੇ ਉਹ ਬਰਾਬਰ ਹੈਗੀਆਂ ਨੇ। ਏ ਬੀ ਆ ਰਹੀ ਹੈ ਸੀ ਡੀ ਦੇ ਇਕੁਅਲ 16 ਸੈਂਟੀਮੀਟਰ। ਇਸੇ ਤਰ੍ਹਾਂ ਆਪੋਜ਼ਿਟ ਸਾਈਡ ਬੀ ਸੀ ਦੇ ਬਿਲਕੁਲ ਆਪੋਜ਼ਿਟ ਜਿਹੜੀ ਹੈਗੀ ਹੈ ਡੀ ਏ, ਇਹਨਾਂ ਦੋਨਾਂ ਦੀ ਵੈਲਿਊ ਜਿਹੜੀ ਆ ਉਹ ਸੇਮ ਆ ਰਹੀ ਹੈ। ਆਪੋਜ਼ਿਟ ਸਾਈਡਸ ਦੀ ਲੈਂਥ ਸੇਮ ਆ ਰਹੀ ਹੈ, ਸਨਮੁਖ ਭੁਜਾਵਾਂ ਬਰਾਬਰ। ਇਹ ਸੀਗਾ ਸਾਡੀ ਪਹਿਲਾ ਪੁਆਇੰਟ, ਸਾਡਾ ਪਹਿਲੇ ਥਿਊਰਮ ਕਿ ਸਨਮੁਖ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਈਚ ਪੇਅਰ ਆਫ ਦਾ ਆਪੋਜ਼ਿਟ ਸਾਈਡਸ ਆਫ ਦਾ ਪੈਰਲੈਲੋਗ੍ਰਾਮ ਇਜ਼ ਇਕੁਅਲ। ਆਓ ਹੁਣ ਅਸੀਂ ਦੂਸਰਾ ਪੁਆਇੰਟ ਕਰਦੇ ਹਾਂ। ਸੈਕਿੰਡ ਪੁਆਇੰਟ ਹੈ ਇੱਕ ਸੈਕਿੰਡ ਥਿਊਰਮ ਕਿ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ। ਈਚ ਪੇਅਰ ਆਫ ਦਾ ਆਪੋਜ਼ਿਟ ਐਂਗਲਸ ਆਫ ਦਾ ਪੈਰਲੈਲੋਗ੍ਰਾਮ ਇਜ਼ ਇਕੁਅਲ। ਇਹਨੂੰ ਵੀ ਅਸੀਂ ਇੱਕ ਐਕਟੀਵਿਟੀ ਰਾਹੀਂ ਸਮਝਾਂਗੇ। ਇਹਦੇ ਵਿੱਚ ਹੁਣ ਅਸੀਂ ਸਿਰਫ ਐਂਗਲਸ ਦੀ ਗੱਲ ਕਰਨੀ ਹੈ ਕਿ ਇਹਨਾਂ ਦੇ ਐਂਗਲਸ ਕਿਵੇਂ ਦੇ ਨੇ। ਚਾਰੋਂ ਐਂਗਲ ਦੀ ਅਸੀਂ ਇੱਕ ਵਾਰੀ ਵੈਲਿਊ ਦੇਖ ਲੈਂਦੇ ਹਾਂ ਕਿ ਸਾਰੇ ਐਂਗਲ ਦੀ ਮੈਜਰਮੈਂਟ ਕਰ ਲੈਂਦੇ ਹਾਂ। ਐਂਗਲ ਏ ਦੀ ਵੈਲਿਊ 57 ਡਿਗਰੀ, ਐਂਗਲ ਬੀ ਦੀ ਵੈਲਿਊ 123 ਡਿਗਰੀ। ਇਸੇ ਤਰ੍ਹਾਂ ਐਂਗਲ ਸੀ ਨੂੰ ਮੈਜਰ ਕਰਕੇ ਲਿਖ ਲਿਆ ਔਰ ਐਂਗਲ ਡੀ ਨੂੰ ਅਸੀਂ ਮੈਜਰ ਕਰਕੇ ਲਿਖ ਲੈਂਦੇ ਹਾਂ। ਹੁਣ ਐਂਗਲਸ ਦੇ ਵੱਲ ਤੁਸੀਂ ਫੋਕਸ ਕਰੋ ਕਿ ਅਗਰ ਅਸੀਂ ਸਾਈਜ਼ ਨੂੰ ਚੇਂਜ ਕਰ ਦਈਏ, ਠੀਕ ਹੈ, ਪੈਰਲੈਲੋਗ੍ਰਾਮ ਦਾ ਸਾਈਜ਼ ਛੋਟਾ ਵੱਡਾ ਕਰ ਰਹੇ ਹਾਂ, ਚੇਂਜ ਕਰ ਰਹੇ ਹਾਂ, ਡਾਇਰੈਕਸ਼ਨਸ ਵੀ ਚੇਂਜ ਕਰ ਰਹੇ ਹਾਂ, ਐਂਗਲ 'ਤੇ ਫਰਕ ਪੈ ਰਿਹਾ ਹੈ, ਲੇਕਿਨ ਕਿਹੜੀਆਂ ਚੀਜ਼ਾਂ ਕਾਮਨ ਆ ਰਹੀਆਂ ਉਹ ਤੁਸੀਂ ਦੇਖਣੀਆਂ। ਜਿੱਥੇ ਸਾਰੇ ਐਂਗਲ ਸਾਨੂੰ ਵਿਜ਼ੀਬਲ ਹੈ ਉੱਥੇ ਅਸੀਂ ਸੈੱਟ ਕਰਕੇ ਦੇਖ ਲੈਂਦੇ ਹਾਂ। ਇੱਥੇ ਬੱਚਿਓ ਸਾਡੇ ਕੋਲ ਸਾਰੇ ਐਂਗਲ ਵਿਜ਼ੀਬਲ ਹੈਗੇ ਹੈ। ਇੱਥੇ ਅਸੀਂ ਚੈੱਕ ਕਰਦੇ ਹਾਂ ਕਿ ਐਂਗਲ ਜਿਹੜਾ ਏ ਹੈਗਾ ਸਾਡੇ ਕੋਲ ਉਹਦੇ ਆਪੋਜ਼ਿਟ ਐਂਗਲ ਦੇਖੋ ਕੀ ਆ ਰਿਹਾ ਸਾਡੇ ਕੋਲ, ਬਿਲਕੁਲ ਇਕੁਅਲ ਆ ਰਿਹਾ 72 ਡਿਗਰੀ। ਏ ਐਂਗਲ ਵੀ 72 ਡਿਗਰੀ ਔਰ ਐਂਗਲ ਸੀ ਵੀ 72 ਡਿਗਰੀ। ਮੀਨਸ ਆਪੋਜ਼ਿਟ ਜਿਹੜੇ ਐਂਗਲਸ ਨੇ
ਉਹਨਾਂ ਦੀ ਵੈਲਿਊ ਸੇਮ ਆ ਰਹੀ ਹੈ। ਦੂਸਰੇ ਪਾਸੇ ਵੀ ਚੈੱਕ ਕਰੋ, ਐਂਗਲ B ਦੀ ਵੈਲਿਊ 108 ਔਰ ਐਂਗਲ D ਦੀ ਵੀ ਵੈਲਿਊ 108 ਵਿਚ ਇਜ਼ ਅਗੇਨ ਇਕੁਅਲ, ਕਿ ਸਮਾਂਤਰ ਚਤੁਰਭੁਜ ਦੇ ਸਨਮੁਖ ਕੋਣਾਂ ਦੇ ਜੋੜੇ ਬਰਾਬਰ ਹੁੰਦੇ ਹਨ। ਈਚ ਪੇਅਰ ਆਫ ਦਾ ਆਪੋਜ਼ਿਟ ਐਂਗਲਸ ਆਫ ਦਾ ਪੈਰਲਲੋਗ੍ਰਾਮ ਇਜ਼ ਇਕੁਅਲ। ਇਹ ਸੀਗੀ ਸਾਡੀ ਦੂਸਰੀ ਥਿਊਰਮਸ ਐਂਗਲ ਬੇਸਡ। ਹੁਣ ਅਸੀਂ ਨੈਕਸਟ ਕਰਾਂਗੇ। ਥਰਡ ਪੁਆਇੰਟ ਹੈ ਸਾਡੀ ਤੀਸਰੀ ਥਿਊਰਮ, ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਆਪਸ ਵਿੱਚ ਸਮਦੁਭਾਜਿਤ ਕਰਦੇ ਹਨ। The diagonals of the parallelogram bisect each other। ਇਹਨੂੰ ਵੀ ਅਸੀਂ ਇੱਕ ਐਕਟੀਵਿਟੀ ਰਾਹੀਂ ਸਮਝਦੇ ਹਾਂ। ਇਹਦੇ ਵਿੱਚ ਸਿਰਫ ਵਿਕਰਨ ਦੀ ਗੱਲ ਕੀਤੀ ਗਈ ਹੈ, ਡਾਇਗਨਲ ਦੀ। ਤੇ ਸਭ ਤੋਂ ਪਹਿਲੇ ਅਸੀਂ ਡਾਇਗਨਲਸ ਡਰਾ ਕਰ ਲੈਂਦੇ ਹਾਂ। ਡਾਇਗਨਲਸ ਹੁੰਦੇ ਨੇ ਆਪੋਜ਼ਿਟ ਵਰਟਿਸਿਸ ਨੂੰ ਮਿਲਾਉਂਦੀ ਹੋਈ ਇੱਕ ਲਾਈਨ। A ਤੇ C ਤੋਂ ਅਸੀਂ ਇੱਕ ਲਾਈਨ ਡਰਾ ਕਰ ਲਈ, ਇਹਨੂੰ ਅਸੀਂ ਕਵਾਂਗੇ ਪਹਿਲਾ ਡਾਇਗਨਲ। ਦੂਸਰਾ ਡਾਇਗਨਲ ਅਸੀਂ ਡਰਾ ਕੀਤਾ B ਤੋਂ ਲੈ ਕੇ D ਤੱਕ ਦੀ ਲਾਈਨ। ਦੋਨੋਂ ਡਾਇਗਨਲਸ ਜਿੱਥੇ ਮੀਟ ਕੀਤੇ ਨੇ, ਜਿੱਥੇ ਮਿਲੇ ਨੇ, ਉਹਨਾਂ ਦਾ ਅਸੀਂ ਨਾਮ ਰੱਖ ਲਿਆ ਪੁਆਇੰਟ E। ਹੁਣ ਥਿਊਰਮ ਦੇ ਅਨੁਸਾਰ ਇਹ ਦੋਨੋਂ ਜਿਹੜੇ ਵਿਕਰਨ ਨੇ ਆਪਸ ਦੇ ਵਿੱਚ ਸਮਦੁਭਾਜਿਤ ਕਰਦੇ ਨੇ, ਬਾਈਸੈਕਟ ਕਰਦੇ ਨੇ। ਉਹਨੂੰ ਅਸੀਂ ਸਮਝਾਂਗੇ ਇਹਨਾਂ ਦੀ ਲੈਂਥ ਨੂੰ ਨੋਟ ਕਰਕੇ, ਕਿ ਦੋਨੋਂ ਜਿਹੜੇ ਹਿੱਸੇ ਹੋ ਗਏ A ਤੋਂ ਲੈ ਕੇ E ਤੱਕ ਦਾ ਡਿਸਟੈਂਸ ਤੇ E ਤੋਂ ਲੈ ਕੇ C ਤੱਕ ਦਾ ਡਿਸਟੈਂਸ, ਇਹ ਕਿੰਨਾ ਆ ਗਿਆ ਸਾਡੇ ਕੋਲ? ਇਹ ਦੋਨਾਂ ਦੀ ਵੈਲਿਊ ਕਿੰਨੀ ਆ ਰਹੀ ਹੈ ਸਾਡੇ ਕੋਲ? 8 ਸੈਂਟੀਮੀਟਰ ਵਿਚ ਇਜ਼ ਇਕੁਅਲ। ਮਤਲਬ BD ਵਿਕਰਨ ਡਰਾ ਕਰਨ ਦੇ ਨਾਲ ਪਹਿਲਾ ਵਿਕਰਨ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹਨੂੰ ਹੀ ਤਾਂ ਕਹਿੰਦੇ ਨੇ ਸਮਦੁਭਾਜਿਤ ਕਰਨਾ ਜਾਂ ਬਾਈਸੈਕਟ ਕਰਨਾ, ਕਿ ਇੱਕ ਵਿਕਰਨ ਡਰਾ ਕਰਨ ਦੇ ਨਾਲ ਦੂਸਰਾ ਜਿਹੜਾ ਵਿਕਰਨ ਹੈ ਉਸ ਦੇ ਦੋ ਬਰਾਬਰ ਦੇ ਹਿੱਸੇ ਹੋ ਗਏ। ਇਸੇ ਤਰ੍ਹਾਂ ਅਸੀਂ ਦੂਸਰਾ ਵੀ ਚੈੱਕ ਕਰ ਲੈਂਦੇ ਇੱਕ ਵਾਰੀ, ਕਿ B ਤੋਂ ਲੈ ਕੇ E ਤੱਕ ਦਾ ਡਿਸਟੈਂਸ ਕਿੰਨਾ ਆ ਰਿਹਾ ਸਾਡੇ ਕੋਲ? B ਤੋਂ ਲੈ ਕੇ E ਤੱਕ ਦਾ ਡਿਸਟੈਂਸ 5 ਸੈਂਟੀਮੀਟਰ। ਇਸੇ ਤਰ੍ਹਾਂ E ਤੋਂ ਲੈ ਕੇ D ਤੱਕ ਦਾ ਡਿਸਟੈਂਸ ਵੀ ਆ ਗਿਆ 5 ਸੈਂਟੀਮੀਟਰ। ਇਹਨੂੰ ਵੀ ਅਸੀਂ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਇਹਦੇ ਵਿੱਚ AC ਵਿਕਰਨ ਡਰਾ ਕਰਨ ਦੇ ਨਾਲ BD ਵਿਕਰਨ ਦੇ ਵੀ ਦੋ ਹਿੱਸੇ ਹੋ ਗਏ ਬਰਾਬਰ ਦੇ। ਇਹ ਹੈਗਾ ਸਮਦੁਭਾਜਿਤ ਦਾ ਮੀਨਿੰਗ। ਤੇ ਫਿਰ ਥਿਊਰਮ ਸਾਡੀ ਕਲੀਅਰ ਹੋ ਗਈ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ ਆਪਸ ਵਿੱਚ ਸਮਦੁਭਾਜਿਤ ਕਰਦੇ ਹਨ। ਹੁਣ ਅਗਰ ਅਸੀਂ ਮੈਂ ਚੇਂਜ ਵੀ ਕਰ ਰਹੀ ਹਾਂ ਇਹਨਾਂ ਨੂੰ, ਦੇਖੋ ਜ਼ਰਾ, ਤਾਂ ਵੀ ਕੀ ਹੋ ਰਿਹਾ ਹੈ ਕਿ ਡਾਇਗਨਲ ਜਿਹੜੇ ਨੇ ਉਹ ਬਾਈਸੈਕਟ ਕਰ ਰਹੇ ਨੇ ਇੱਕ ਦੂਸਰੇ ਨੂੰ, ਕਿ ਡਾਇਗਨਲਸ ਆਫ ਦਾ ਪੈਰਲਲੋਗ੍ਰਾਮ ਬਾਈਸੈਕਟ ਈਚ ਅਦਰ। ਇਹ ਸੀਗੀ ਬੱਚੋ ਸਾਡੀ ਤੀਸਰੀ ਥਿਊਰਮ। ਹੁਣ ਅਸੀਂ ਦੇ ਕੁਐਸਚਨਸ ਦੇਖ ਲੈਂਦੇ ਹਾਂ। ਸਾਡਾ ਪਹਿਲਾ ਕੁਐਸਚਨ ਹੈ, ਸਮਾਂਤਰ ਚਤੁਰਭੁਜ ਦੇ ਵਿਕਰਨ ਬਰਾਬਰ ਹੋਣ ਤਾਂ ਦਰਸਾਓ ਕਿ ਇਹ ਇੱਕ ਆਇਤ ਹੈ। ਬੱਚਿਓ, ਸਮਾਂਤਰ ਚਤੁਰਭੁਜ ਦਾ ਸਭ ਤੋਂ ਪਹਿਲੇ ਅਸੀਂ ਡਾਇਗਰਾਮ ਬਣਾਵਾਂਗੇ। A B C D ਇੱਕ ਸਮਾਂਤਰ ਚਤੁਰਭੁਜ, ਔਰ ਅਸੀਂ ਲਿਖਾਂਗੇ ਦਿੱਤਾ ਹੈ ਦੇ ਹੈਡਿੰਗ ਦੇ ਵਿੱਚ ਕਿ A B C D ਇੱਕ ਸਮਾਂਤਰ ਚਤੁਰਭੁਜ ਹੈ। ਕੁਐਸਚਨ ਦੇ ਵਿੱਚ ਦੂਸਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਵਿਕਰਨ ਦੇ ਬਾਰੇ, ਕਿ ਵਿਕਰਨ ਬਰਾਬਰ ਨੇ। ਅਸੀਂ ਪਹਿਲੇ ਵਿਕਰਨ ਡਰਾ ਕਰ ਲੈਂਦੇ ਹਾਂ, A ਤੇ C, B ਤੇ D, ਔਰ ਦਿੱਤਾ ਹੈ ਦੇ ਹੈਡਿੰਗ ਦੇ ਵਿੱਚ ਲਿਖ ਲਾਂਗੇ AC ਇਜ਼ ਇਕੁਅਲ ਟੂ BD। ਦੂਸਰਾ ਪੁਆਇੰਟ ਅਸੀਂ ਬਣਾਉਣਾ ਹੁੰਦਾ ਹੈ, ਸਿੱਧ ਕਰਨਾ ਹੈ। ਕੁਐਸਚਨ ਦੇ ਵਿੱਚ ਜੋ ਵੀ ਅਸੀਂ ਸਿੱਧ ਕਰਨਾ ਹੁੰਦਾ ਹੈ ਅਸੀਂ ਇੱਥੇ ਲਿਖਦੇ ਹਾਂ। ਤੇ ਸਿੱਧ ਅਸੀਂ ਕੀ ਕਰਨਾ ਹੈ ਕਿ ਇਹ ਇੱਕ ਆਇਤ ਹੈਗੀ ਹੈ, ਉਹ ਅਸੀਂ ਲਿਖ ਦਾਂਗੇ ABCD ਇੱਕ ਆਇਤ ਹੈ। ਉਹਦੇ ਵਾਸਤੇ ਸਾਨੂੰ ਕੁਝ ਸਬੂਤ ਲਿਖਣੇ ਪੈਣਗੇ। ਹੱਲ ਦੇ ਵਿੱਚ ਅਸੀਂ ਕੀ ਲਿਖਾਂਗੇ? ਪ੍ਰੂਫ ਲਿਖਾਂਗੇ, ਸਬੂਤ, ਕਿ ਇਹ ਜਿਹੜੀ ਸਮਾਂਤਰ ਚਤੁਰਭੁਜ ਹੈਗੀ ਹੈ ਇਹ ਆਇਤ ਕਿਵੇਂ ਬਣ ਰਹੀ ਹੈ। ਤੇ ਤੁਸੀਂ ਬੱਚਿਓ ਚਤੁਰਭੁਜਾਵਾਂ ਦੀ ਕਿਸਮਾਂ ਦੇ ਬਾਰੇ ਜਦੋਂ ਪੜ੍ਹਿਆ ਸੀਗਾ, ਉਸ ਟਾਈਮ ਤੇ ਤੁਸੀਂ ਸਮ ਚਤੁਰਭੁਜ ਬਾਰੇ ਵੀ ਪੜ੍ਹਿਆ ਸੀਗਾ, ਸਮਾਂਤਰ ਚਤੁਰਭੁਜ ਦੇ ਬਾਰੇ, ਸਮਾਂਤਰ ਚਤੁਰਭੁਜ ਦੇ ਬਾਰੇ ਤੇ ਇੱਕ ਆਇਤ ਬਾਰੇ ਵੀ ਪੜ੍ਹਿਆ ਸੀਗਾ। ਹੁਣ ਉਹਨਾਂ ਦੋਨਾਂ ਦੀਆਂ ਕੁਝ ਸਿਮਿਲੈਰਿਟੀਜ਼ ਵੀ ਹੈਗੀਆਂ ਸੀਗੀਆਂ, ਕੁਝ ਡਿਫਰੈਂਸਿਸ ਵੀ ਹੈਗੇ ਸੀਗੇ। ਉਹਨਾਂ ਦੀ ਅਸੀਂ ਇੱਥੇ ਗੱਲ ਕਰਾਂਗੇ ਕਿ ਸਮਾਂਤਰ ਚਤੁਰਭੁਜ ਦੇ ਵਿੱਚ 90 ਡਿਗਰੀ ਦਾ ਕੋਈ ਵੀ ਕੋਣ ਨਹੀਂ ਹੁੰਦਾ, ਲੇਕਿਨ ਆਇਤ ਵਿੱਚ ਸਾਰੇ ਕੋਣ ਜਿਹੜੇ ਨੇ ਉਹ 90 ਡਿਗਰੀ ਦੇ ਹੁੰਦੇ ਨੇ। ਹੁਣ ਇਸ ਸਮਾਂਤਰ ਚਤੁਰਭੁਜ ਨੂੰ ਆਇਤ ਵਿੱਚ ਬਦਲਣ ਵਾਸਤੇ ਅਸੀਂ ਕੀ ਕਰਾਂਗੇ? ਇਹਦਾ ਇੱਕ ਕੋਣ 90 ਡਿਗਰੀ ਦੇ ਬਰਾਬਰ ਕਰ ਦਾਂਗੇ। ਕੋਈ ਵੀ ਇੱਕ ਕੋਣ, ਭਾਵੇਂ ਕੋਣ A ਹੋਵੇ, ਭਾਵੇਂ B, ਭਾਵੇਂ C, ਭਾਵੇਂ D, ਕੋਈ ਇੱਕ ਕੋਣ ਜੇਕਰ ਅਸੀਂ 90 ਡਿਗਰੀ ਦਾ ਕਰ ਦੇਵਾਂਗੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਆਇਤ ਹੈਗੀ ਹੈ। ਹੁਣ ਅਸੀਂ ਇਹ ਵਾਲਾ ਸਟੈਪ ਕਰਾਂਗੇ। 90 ਡਿਗਰੀ ਦੇ ਕੋਣ ਬਣਾਉਣ ਵਾਸਤੇ ਸਾਨੂੰ ਕੁਝ ਇਹਨਾਂ ਦੀਆਂ ਹਿੱਸੇ ਕਰਨੇ ਪੈਣਗੇ।
ਡਾਇਗਨਲਸ ਬਣਾਉਣ ਦੇ ਨਾਲ ਇਹਦੇ ਪਹਿਲੇ ਹੀ ਹਿੱਸੇ ਹੋ ਚੁੱਕੇ ਨੇ, ਟਰਾਇੰਗਲਸ ਦੇ ਵਿੱਚ ਇਹ ਬਦਲ ਚੁੱਕੀ ਹੈ। ਹੁਣ ਅਸੀਂ ਇੱਕ ਟਰਾਇੰਗਲ ਦੇਖਾਂਗੇ ਬੱਚਿਓ, A D ਤੇ B। ਇੱਕ ਟਰਾਇੰਗਲ ਇਹ ਵਾਲੀ, ਇੱਥੇ ਫੋਕਸ ਕਰੋ, ਇਹਨੂੰ ਮੈਂ ਥੋੜਾ ਡਾਰਕ ਕਰ ਰਹੀ ਹਾਂ, ਇਹਦੇ ਵੱਲ ਤੁਸੀਂ ਧਿਆਨ ਨਾਲ ਦੇਖਣਾ ਹੈ। ਦੂਸਰੀ ਟਰਾਇੰਗਲ ਮੈਂ ਚੂਜ਼ ਕਰ ਰਹੀ ਹਾਂ, B ਇਹ ਵਾਲੀ, B C ਤੇ A ਵਾਲੀ, ਇਹਨੂੰ ਵੀ ਮੈਂ ਥੋੜਾ ਹਾਈਲਾਈਟ ਕਰ ਦਿੱਤਾ ਰੈੱਡ ਦੇ ਨਾਲ। ਹੁਣ ਦੋਨੋਂ ਟਰਾਇੰਗਲਸ ਦੇ ਵਿੱਚ ਧਿਆਨ ਨਾਲ ਤੁਸੀਂ ਦੇਖਣਾ ਹੈ ਕਿ ਕੋਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਾਮਨ ਆ ਰਹੀਆਂ ਨੇ, ਉਹ ਤੁਸੀਂ ਲੱਭਣੀਆਂ। ਕਿਉਂਕਿ ਅਸੀਂ ਕੀ ਕਰਨ ਜਾ ਰਹੇ ਹਾਂ, ਅਸੀਂ ਇਹਨਾਂ ਦੋਨਾਂ ਟਰਾਇੰਗਲਸ ਨੂੰ ਸਰਬੰਗ ਸਮ ਪ੍ਰੂਫ ਕਰਨ ਜਾ ਰਹੇ ਹਾਂ ਕਿ ਦੋਨੋਂ ਟਰਾਇੰਗਲਸ ਕੌਨਗਰੈਂਟ ਨੇ। ਉਹਦੇ ਵਾਸਤੇ ਦੇਖੋ ਚਾਰਾਂ ਵਿੱਚੋਂ ਹੁਣ ਕਿਹੜਾ ਰੂਲ ਅਪਲਾਈ ਹੁੰਦਾ ਹੈ। ਜੇਕਰ ਤੇ ਇਹਨਾਂ ਦੋਨਾਂ ਤ੍ਰਿਭੁਜਾਂ ਦੀਆਂ ਕੋਈ ਤਿੰਨ ਚੀਜ਼ਾਂ ਅਸੀਂ ਬਰਾਬਰ ਕਰ ਲਈਆਂ ਤੇ ਫਿਰ ਤੇ ਅਸੀਂ ਕਹਿ ਦਾਂਗੇ ਕਿ ਇਹ ਦੋਨੋਂ ਟਰਾਇੰਗਲ ਸਰਬੰਗ ਸਮ ਹੈਗੀਆਂ ਨੇ। ਹੁਣ ਦੇਖਦੇ ਹਾਂ ਅਸੀਂ ਕਿਹੜੀ ਚੀਜ਼ ਜਿਹੜੀ ਕਾਮਨ ਆ ਰਹੀ ਹੈ। ਸਭ ਤੋਂ ਪਹਿਲੀ ਚੀਜ਼ ਦੇਖੋ, AB ਸਾਈਡ ਦੋਨਾਂ ਕੋਲ ਹੈਗੀ ਹੈ ਤੇ ਅਸੀਂ ਲਿਖ ਦਾਂਗੇ AB = AB, ਦੋਨਾਂ ਦੀ ਇੱਕ ਸਾਈਡ ਬਰਾਬਰ ਆ ਗਈ। ਦੂਸਰੀ ਚੀਜ਼ ਲੱਭੋ ਬੱਚਿਓ, ਕਿਹੜੀ ਬਰਾਬਰ ਆ ਰਹੀ ਹੈ। ਧਿਆਨ ਨਾਲ ਦੇਖੋ ਇਸ ਦੋਨੋਂ ਟਰਾਇੰਗਲਸ ਵੱਲ, ਕਿਹੜੀ ਚੀਜ਼ ਕਾਮਨ ਆ ਰਹੀ ਹੈ। ਇੱਕ ਹੈਗਾ ਸਾਡੇ ਕੋਲ ਆ A ਤੇ D, ਦੂਸਰਾ ਹੈਗਾ B ਤੇ C। ਇਹ ਕੀ ਨੇ, ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਜੋ ਕਿ ਹੁੰਦੀਆਂ ਨੇ ਬਰਾਬਰ ਹੁੰਦੀਆਂ ਨੇ, ਇਸ ਕਰਕੇ ਦੂਸਰੀ ਸਾਈਡ ਵੀ ਬਰਾਬਰ ਆ ਗਈ। ਤੀਸਰੀ ਚੀਜ਼ ਕੋਈ ਲੱਭ ਲੈਂਦੇ ਆ। ਤੀਸਰੀ ਚੀਜ਼ ਬੱਚਿਓ ਹੈਗੀ ਹੈ ਸਾਡੇ ਕੋਲ ਇੱਕ ਆਹ ਵਾਲੀ ਸੈਂਟਰ ਵਾਲੀ, ਇੱਕ ਡਾਇਗਨਲ ਜਿਹੜਾ DB ਹੈਗਾ ਉਹ AC ਦੇ ਬਰਾਬਰ ਹੈ। ਦੋਨੋਂ ਵਿਕਰਨ ਬਰਾਬਰ ਨੇ, ਇਹਦਾ ਮਤਲਬ ਆਹ ਵਾਲੀ ਜਿਹੜੀ ਭੁਜਾ ਹੈਗੀ ਹੈ D ਤੇ B, ਉਹ C ਤੇ A ਭੁਜਾ ਦੇ ਬਰਾਬਰ ਹੈਗੀ ਹੈ। ਕਿਉਂਕਿ ਸਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ, ਇਸ ਕਰਕੇ ਤਿੰਨੋਂ ਸਾਈਡਸ ਇਹਦੀਆਂ ਬਰਾਬਰ ਬਣ ਗਈਆਂ। ਤੇ ਫਿਰ ਕੌਨਗਰੈਂਸੀ ਰੂਲ ਕੀ ਹੁੰਦਾ ਹੈ, SSS ਦੇ ਅਕੋਰਡਿੰਗ ਇਹ ਦੋਨੋਂ ਟਰਾਇੰਗਲਸ ਸਰਬੰਗ ਸਮ ਹੋਣਗੀਆਂ। ਟਰਾਇੰਗਲ A D ਤੇ B ਸਰਬੰਗ ਸਮ ਹੋਣਗੀਆਂ। ਦੂਸਰੀ ਟਰਾਇੰਗਲ A C ਤੇ B ਦੇ ਦੋਨੋਂ ਟਰਾਇੰਗਲ ਸਰਬੰਗ ਸਮ ਹੋ ਗਈਆਂ। ਇਹਦਾ ਸਾਨੂੰ ਫਾਇਦਾ ਬੱਚਿਓ ਕੀ ਹੋਇਆ ਕਿ ਅਸੀਂ ਕਹਿ ਸਕਦੇ ਹਾਂ ਕਿ ਆਹ ਜਿਹੜਾ ਐਂਗਲ ਸਾਨੂੰ ਦਿਖਾਈ ਦੇ ਰਿਹਾ, ਇਹ ਵਾਲਾ ਐਂਗਲ A ਇੱਧਰ ਵਾਲਾ DAB ਐਂਗਲ, ਅਜੇ ਫਿਲਹਾਲ ਸਾਨੂੰ ਪਤਾ ਨਹੀਂ ਇਹਦੇ ਕਿੰਨੀ ਡਿਗਰੀ ਹੈ, ਅਸੀਂ ਸਿਰਫ ਇੰਨਾ ਦੇਖ ਲੈਂਦੇ ਹਾਂ ਕਿ ਜਿਹੜਾ ਇਹ ਵਾਲਾ ਐਂਗਲ ਹੈ ਗ੍ਰੀਨ ਕਲਰ ਨਾਲ ਮੈਂ ਸ਼ੋ ਕਰ ਰਹੀ ਹਾਂ, ਦੂਸਰੇ ਪਾਸੇ ਜਿਹੜਾ B ਵਾਲਾ ਐਂਗਲ ਹੈ, ਇਹ ਫਿਰ ਦੋਨੋਂ ਕੀ ਹੋ ਗਏ ਬਰਾਬਰ। ਇਹ ਕੀ ਹੋ ਗਏ ਫਿਰ ਸਾਡੇ ਕੋਲ ਬਰਾਬਰ। ਅਸੀਂ ਕਿੱਥੇ ਪਹੁੰਚ ਗਏ ਕਿ ਜਿਹੜੇ ਦੋਨੋਂ ਐਂਗਲਸ ਨੇ, ਚਲੋ ਇਹਨੂੰ ਅਸੀਂ ਐਂਗਲ A ਲਿਖ ਦਿੰਦੇ ਹਾਂ, ਐਂਗਲ A ਜਿਹੜਾ ਉਹ ਐਂਗਲ B ਦੇ ਬਰਾਬਰ ਹੈ, ਦੋਨੋਂ ਕੋਣ ਬਰਾਬਰ ਹੋ ਗਏ। ਹੁਣ ਅਸੀਂ ਇੱਕ ਹੋਰ ਚੀਜ਼ ਆਪਾਂ ਦੇਖਣੀ ਹੈ, ਦੋਨੋਂ ਕੋਣ ਤੇ ਬਰਾਬਰ ਨੇ ਪਰ ਸਾਨੂੰ ਕੀ ਪਤਾ ਹੈ 90 ਡਿਗਰੀ ਦਾ ਹੈਗਾ ਕਿ ਨਹੀਂ ਹੈਗਾ। ਉਹਦੇ ਵਾਸਤੇ ਇੱਕ ਹੋਰ ਚੀਜ਼ ਅਸੀਂ ਇੱਥੇ ਅਪਲਾਈ ਕਰਦੇ ਹਾਂ ਕਿ ਜੇਕਰ ਅਸੀਂ ਇਹਨਾਂ ਲਾਈਨਸ ਨੂੰ ਮੈਂ ਥੋੜਾ ਜਿਹਾ ਵਧਾ ਦੇਵਾਂ, ਕਿਹੜੀ ਲਾਈਨ ਹੈਗੀ ਸਾਡੇ ਕੋਲ, ਆ ਦੇਖੋ ਆਪੋਜ਼ਿਟ ਸਾਈਡ ਜਿਹੜੀਆਂ ਹੈਗੀਆਂ ਨੇ, AD ਵਾਲੀ ਲਾਈਨ ਥੋੜੀ ਇਹਨੂੰ ਮੈਂ ਵਧਾ ਦਿੱਤਾ, ਇੱਕ CB ਲਾਈਨ ਨੂੰ ਮੈਂ ਥੋੜਾ ਜਿਹਾ ਵਧਾ ਰਹੀ ਹਾਂ, ਔਰ ਇਹ ਸੈਂਟਰ ਵਾਲੀ ਲਾਈਨ ਨੂੰ ਮੈਂ ਦੁਬਾਰਾ ਗ੍ਰੀਨ ਕਲਰ ਨਾਲ ਕਰ ਦਿੱਤਾ ਜਿੱਥੇ ਦੋਨੋਂ ਐਂਗਲਸ ਬਣੇ ਹੋਏ ਨੇ। ਹੁਣ ਤੁਹਾਨੂੰ ਇਹ ਕਿਸੇ ਤਰ੍ਹਾਂ ਨਜ਼ਰ ਆ ਰਹੇ ਹੋਣੇ, ਕਿਸੇ ਇਮੇਜ ਦੀ ਤਰ੍ਹਾਂ, ਦੱਸੋ ਜ਼ਰਾ ਇਸ ਤਰ੍ਹਾਂ ਦੇ ਕੋਣ ਕਿਤੇ ਤੁਸੀਂ ਦੇਖੇ ਨੇ? ਜ਼ਰੂਰ ਦੇਖੇ ਨੇ। ਇਹ ਕਿਹੜੇ ਕੋਣ ਨੇ? ਆ ਦੇਖੋ ਦੋ ਸਮਾਂਤਰ ਰੇਖਾਵਾਂ ਗ੍ਰੀਨ ਵਾਲੀਆਂ ਔਰ ਇੱਕ ਸੈਂਟਰ ਵਿੱਚ ਜਿਹੜੀ ਜਾ ਰਹੀ ਹੈ ਗ੍ਰੀਨ ਵਾਲੀ ਲਾਈਨ, ਇਹ ਕਾਟਵੀਂ ਰੇਖਾ। ਬੱਚਿਓ ਇਹ ਕਿਹੜਾ ਚੈਪਟਰ ਸਾਡਾ ਬਣ ਗਿਆ? 6ਵਾਂ ਚੈਪਟਰ, ਜਿਹਦੇ ਵਿੱਚ ਅਸੀਂ ਰੇਖਾਵਾਂ ਤੇ ਕੋਣ ਬਾਰੇ ਸਿੱਖਿਆ ਸੀਗਾ। ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਹੁੰਦੀ ਹੈ, ਜਿਹੜੇ ਇੱਕੋ ਪਾਸੇ ਅੰਦਰਲੇ ਕੋਣ ਜਿਹੜੇ ਬਣਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਕਾਟਵੀਂ ਰੇਖਾ ਦੇ ਇੱਕੋ ਪਾਸੇ ਬਣੇ ਅੰਦਰਲੇ ਕੋਣ ਜਾਂ ਸਹਿ ਅੰਦਰਲੇ ਕੋਣ। ਤੇ ਇਹਨਾਂ ਦੋਨਾਂ ਦਾ ਜਿਹੜਾ ਜੋੜ ਹੁੰਦਾ ਹੈ, ਠੀਕ ਹੈ, ਉਹ ਹੁੰਦਾ ਹੈ 180 ਡਿਗਰੀ ਦੇ ਬਰਾਬਰ। ਦੋਨਾਂ ਕੋਣਾਂ ਦਾ ਜੋੜ 180 ਦੇ ਬਰਾਬਰ ਹੁੰਦਾ ਹੈ। ਹੁਣ A ਤੇ B ਬੱਚੋ ਬਰਾਬਰ ਹੈਗੀ ਹੈ। ਜੇ A ਤੇ B ਜਾਂ ਦੋਨੋਂ ਕੋਣ ਬਰਾਬਰ ਹੋਣ ਤੇ ਦੋਨਾਂ ਦਾ ਜੋੜ ਵੀ 180 ਦੇ ਬਰਾਬਰ ਹੋਵੇ ਤੇ ਬਣ ਗਏ ਨਾ ਫਿਰ 90 ਡਿਗਰੀ ਦੇ। ਦੋਨੋਂ ਕਿੰਨੇ ਦੇ ਆ ਗਏ? 90 ਡਿਗਰੀ ਦੇ ਆ ਗਏ। ਅਸੀਂ ਤੇ ਪ੍ਰੂਵ ਕਰਨਾ ਸੀ ਇੱਕ ਐਂਗਲ, ਸਾਡੇ ਕੋਲ ਤਾਂ ਇੱਥੇ ਦੋਨੋਂ ਐਂਗਲ ਸੀ 90 ਡਿਗਰੀ ਦੇ ਆ ਗਏ। ਇਸ ਕਰਕੇ ਫਿਰ ਇਹ ਸਮਾਂਤਰ ਚਤੁਰਭੁਜ ਕਿਹਦੇ 'ਚ ਬਦਲ ਗਈ? ਆਇਤ ਵਿੱਚ ਬਦਲ ਗਈ। ਇਹੀ ਚੀਜ਼ਾਂ ਹੁਣ ਅਸੀਂ ਆਪਣੇ ਆਨਸਰ ਦੇ ਵਿੱਚ ਪ੍ਰੂਫ ਦੇ ਵਿੱਚ ਲਿਖਾਂਗੇ। ਪਹਿਲੀਆਂ ਚੀਜ਼ਾਂ ਅਸੀਂ ਕਿਹੜੀ ਲਿਖਾਂਗੇ ਕਿ ਦੋਨੋਂ ਟਰਾਇੰਗਲਸ ਅਸੀਂ ਲਈਆਂ, ਦੋਨਾਂ ਟਰਾਇੰਗਲਸ ਦੇ ਵਿੱਚ ਅਸੀਂ ਪਹਿਲੇ ਸਰਬੰਗ ਸਮ ਪ੍ਰੂਫ ਕਰਨ ਵਾਸਤੇ
एक सांझी भुजा आ रही है साडे कोल, एक सानू विकरण दिते सी दोनों की वैल्यू बराबर, और दूसरियां जिहड़ियां सन्मुख भुजावां सीगियां बराबर आ गईयां। मतलब एस रूल के अकॉर्डिंग दोनों ट्राइंगल जिहड़ियां सरबंग सम हो गईयां। फिर असीं की कीता, बाय CPCT थ्योरम, एक थ्योरम हुंदी है जिहदे अनुसार जे दो ट्राइंगल्स आपस ਵਿੱਚ ਸਰਬੰਗ ਸਮ ਨੇ ਤੇ ਉਹਨਾਂ ਦੇ ਕੋਣ ਵੀ ਬਰਾਬਰ ਹੁੰਦੇ ਨੇ। ਜੇ ਦੋਨੋਂ ਕੋਣ ਬਰਾਬਰ ਨੇ ਪਰ ਇਹ ਜਿਹੜੇ ਦੋਨੋਂ ਅੰਦਰਲੇ ਕੋਣ ਬਣੇ ਸੀਗੇ ਇਹ ਸਾਡੇ ਕੋਲ ਬਣੇ ਸੀ 180 ਡਿਗਰੀ ਦੇ ਬਰਾਬਰ। ਠੀਕ ਹੈ, ਦੋਨਾਂ ਦਾ ਜੋੜ 180 ਦੇ ਬਰਾਬਰ ਕਰ ਲਿਆ। ਇੱਥੋਂ ਅਸੀਂ ਕੱਢ ਲਿਆ ਕਿ ਜਿਹੜਾ ਇੱਕ ਕੋਣ ਹੈਗਾ ਉਹ 90 ਡਿਗਰੀ ਦੇ ਬਰਾਬਰ ਹੈ, ਕਿਉਂਕਿ ਜੇ ਦੋ ਕੋਣ ਇੱਕੋ ਜਿਹੇ ਸੇਮ ਕੋਣ 180 ਦੇ ਬਰਾਬਰ ਹੈ ਤੇ ਫਿਰ ਇੱਕ ਕਿਹਦੇ ਬਰਾਬਰ ਆਣਗੇ 180 ਬਟਾ 2 ਕਰਕੇ ਕਿੰਨਾ ਆ ਗਿਆ ਫਿਰ 90 ਡਿਗਰੀ। ਇਸ ਕਰਕੇ ਬੱਚਿਓ ABCD ਇੱਕ ਸਮਾਂਤਰ ਚਤੁਰਭੁਜ ਹੈ ਜਿਸ ਦਾ ਇੱਕ ਕੋਣ 90 ਡਿਗਰੀ ਦਾ ਹੈ। ਇਸ ਲਈ ABCD ਇੱਕ ਆਇਤ ਹੈਗੀ ਹੈ। ਅਸੀਂ ਪ੍ਰੂਵ ਕਰ ਦਿੱਤਾ ਕਿ ਇਹ ਜਿਹੜੀ ਸਮਾਂਤਰ ਚਤੁਰਭੁਜ ਹੈ ਜੇ ਇਹਦੇ ਵਿਕਰਨ ਬਰਾਬਰ ਹੋ ਗਏ ਤਾਂ ਇਹ ਇੱਕ ਆਇਤ ਬਣ ਜਾਂਦੀ ਹੈ। ਹੁਣ ਅਸੀਂ ਆਪਣਾ ਦੂਸਰਾ ਕੁਐਸਚਨ ਕਰਦੇ ਹਾਂ। ਉਦਾਹਰਨ ਦੂਸਰੀ, ਸਮਾਂਤਰ ਚਤੁਰਭੁਜ ABCD ਦਾ ਵਿਕਰਨ AC ਕੋਣ A ਨੂੰ ਸਮਦੁਭਾਜਿਤ ਕਰਦਾ ਹੈ। मतलब एक साडे कोल है समांतर चतुर्भुज ABCD, ਉਹਦਾ ਵਿਕਰਨ ਬਣਾਉਣ ਦੇ ਨਾਲ ਐਂਗਲ A ਜਿਹੜਾ ਉਹ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਨੂੰ ਅਸੀਂ ਕਹਿ ਲਿਆ ਇੱਕ ਕੋਣ 1 ਤੇ ਇੱਕ ਕੋਣ 2। ਇਹਦਾ ਮਤਲਬ ਹੈ ਕੁਐਸਚਨ ਦੇ ਅਕੋਰਡਿੰਗ ਕੋਣ 1 ਤੇ ਕੋਣ 2 ਬਰਾਬਰ ਹੋਣਗੇ। ਤੇ ਅਸੀਂ ਸਿੱਧ ਕੀ ਕਰਨਾ ਹੈ, ਅਸੀਂ ਕੀ ਦੱਸਣਾ ਇਸ ਕੁਐਸਚਨ ਦੇ ਵਿੱਚ ਕਿ ਇਹ ਕੋਣ C ਨੂੰ ਵੀ ਸਮਦੁਭਾਜਿਤ ਕਰਦਾ ਹੈ। ਕਿ ਜਿਹੜਾ ਅਸੀਂ ਡਾਇਗਨਲ ਡਰਾ ਕੀਤਾ A ਤੇ C, ਇਹ C ਕੋਣ ਦੇ ਵੀ ਬਰਾਬਰ ਦੇ ਹਿੱਸੇ ਕਰ ਰਿਹਾ ਹੈ। मतलब ਅਸੀਂ ਆਨਸਰ ਤੇ ਕਿੱਥੋਂ ਤੱਕ ਪਹੁੰਚਣਾ ਹੈ ਕਿ ਐਂਗਲ ਜਿਹੜਾ ਤੀਸਰਾ ਦਿਖਾਈ ਦੇ ਰਿਹਾ ਡਾਇਗਰਾਮ ਦੇ ਵਿੱਚ ਉਹ ਐਂਗਲ ਚੌਥੇ ਦੇ ਬਰਾਬਰ ਹੈ। ਤਾਂ ਹੀ ਅਸੀਂ ਕਵਾਂਗੇ ਕਿ ਇਹ ਜਿਹੜਾ ਵਿਕਰਨ ਹੈਗਾ ਇਹ ਐਂਗਲ C ਨੂੰ ਵੀ ਸਮਦੁਭਾਜਿਤ ਕਰ ਰਿਹਾ ਹੈ। ਹੁਣ ਅਸੀਂ ਇੱਥੋਂ ਤੱਕ ਪਹੁੰਚਣ ਵਾਸਤੇ ਸਾਨੂੰ ਕੁਝ ਟਰਮਸ ਦੇਖਣੀਆਂ ਪੈਣਗੀਆਂ। ਕਿਹੜੀ ਕਿਹੜੀ ਚੀਜ਼ ਅਸੀਂ ਬਰਾਬਰ ਕਰ ਸਕਦੇ ਹਾਂ ਬੱਚਿਓ। ਹੁਣ ਇਸ ਲਾਈਨ ਨੂੰ ਮੈਂ ਦੁਬਾਰਾ ਡਰਾ ਕਰ ਰਹੀ ਹਾਂ AD। ਠੀਕ ਹੈ, ਇਹ ਦੇਖੋ ਲਾਈਨ AD ਔਰ ਇੱਕ BC। ਇਹ ਲਾਈਨ ਸਮਾਂਤਰ ਚਤੁਰਭੁਜ ਦੀ ਹੈ, ਇਹਦਾ ਮਤਲਬ ਦੋਨੋਂ ਸਮਾਂਤਰ ਰੇਖਾਵਾਂ ਹੋਣਗੀਆਂ। ਔਰ ਇਹ ਸੈਂਟਰ ਵਾਲੀ ਕੀ ਦਿਖਾਈ ਦੇ ਰਹੀ ਹੈ ਤੁਹਾਨੂੰ, ਇੱਕ ਕਾਟਵੀਂ ਰੇਖਾ। ਜਿਹੜਾ ਵਿਕਰਨ ਹੈ ਉਹਨੂੰ ਅਸੀਂ ਮੰਨ ਲਿਆ ਕਿ ਇਹ ਸਾਡੀ ਇੱਕ ਕਾਟਵੀਂ ਰੇਖਾ ਹੈਗੀ ਹੈ। ਹੁਣ ਅਗਰ ਦੇਖੋਗੇ ਐਂਗਲ A ਜਿਹੜਾ ਪਹਿਲਾ ਐਂਗਲ ਹੈਗਾ ਸਾਡੇ ਕੋਲ ਐਂਗਲ 1 ਤੇ ਐਂਗਲ ਜਿਹੜਾ ਤੀਸਰਾ ਹੈ ਇਹ ਕੀ ਆ ਰਿਹਾ ਸਾਨੂੰ, ਇਹ ਆ ਰਿਹਾ ਸਾਡੇ ਕੋਲ ਬਰਾਬਰ, ਕਿਉਂਕਿ ਐਂਗਲ 1 ਤੇ 3 ਨੂੰ ਅਸੀਂ ਲਿਖ ਲਿਆ ਬਰਾਬਰ ਕਿਉਂਕਿ ਇਹ ਇਕਾਂਤਰ ਕੋਣ ਨੇ। ਜਦੋਂ ਦੋ ਸਮਾਂਤਰ ਰੇਖਾਵਾਂ ਅਸੀਂ ਬਣਾਈਆਂ ਉਹਦੇ ਵਿੱਚ ਇੱਕ ਕਾਟਵੀਂ ਰੇਖਾ ਬਣਾਵਾਂਗੇ ਤੇ ਜਿਹੜੇ ਇਸ ਡਾਇਰੈਕਸ਼ਨ ਦੇ ਵਿੱਚ ਕੋਣ ਹੁੰਦੇ ਨੇ ਉਹਨਾਂ ਨੂੰ ਅਸੀਂ ਇਕਾਂਤਰ ਕੋਣ ਕਹਿੰਦੇ ਆ ਤੇ ਇਕਾਂਤਰ ਕੋਣ ਬਰਾਬਰ ਹੁੰਦੇ ਆ। ਇੱਥੋਂ ਬੱਚਿਓ ਅਸੀਂ ਪਹੁੰਚ ਗਏ ਕਿ ਪਹਿਲਾ ਕੋਣ ਜਿਹੜਾ ਤੀਸਰੇ ਦੇ ਬਰਾਬਰ ਹੋ ਗਿਆ। ਇਸੇ ਤਰ੍ਹਾਂ ਦੂਸਰੇ ਪਾਸੇ ਦੇਖ ਲੈਂਦੇ ਆ, ਐਂਗਲ ਜਿਹੜਾ ਦੂਸਰਾ ਹੈ ਤੇ ਚੌਥਾ ਇਹ ਵੀ ਕੀ ਹੋ ਗਿਆ, ਇਕਾਂਤਰ ਕੋਣ ਹੋ ਗਏ। ਇਹ ਵੀ ਫਿਰ ਕੀ ਹੋਣਗੇ ਬਰਾਬਰ। ਅਸੀਂ ਕੋਣ 2 ਨੂੰ ਤੇ ਕੋਣ 4 ਨੂੰ ਵੀ ਬਰਾਬਰ ਕਰ ਲਿਆ ਕਿਉਂਕਿ ਇਹ ਇਕਾਂਤਰ ਕੋਣ ਨੇ। ਹੁਣ ਇਹਨਾਂ ਤਿੰਨਾਂ ਤੋਂ ਅਸੀਂ ਕਿਹੜੇ ਨਤੀਜੇ ਤੇ ਪਹੁੰਚ ਗਏ ਕਿ ਇਹਨਾਂ ਤਿੰਨਾਂ ਤੋਂ ਇੱਕ ਜੇ 2 ਦੇ ਬਰਾਬਰ ਹੈ, ਇੱਕ 3 ਦੇ ਵੀ ਬਰਾਬਰ ਹੈ, 2 4 ਦੇ ਵੀ ਬਰਾਬਰ ਹੈ। ਇੱਥੋਂ ਫਿਰ ਸਾਡੇ ਕੋਲ ਹੋ ਗਿਆ ਕਿ ਐਂਗਲ ਤੀਸਰਾ ਤੇ ਚੌਥਾ ਵੀ ਆਪਸ ਦੇ ਵਿੱਚ ਬਰਾਬਰ ਹੋਊਗਾ। ਇਹਦਾ ਮਤਲਬ ਐਂਗਲ C ਨੂੰ ਵੀ ਇਹਨੇ ਸਮਦੁਭਾਜਿਤ ਕਰ ਦਿੱਤਾ। ਇਹੀ ਬੱਚਿਓ ਅਸੀਂ 3 ਲਾਈਨਾਂ ਅਸੀਂ ਲਿਖ ਦੇਣੀਆਂ ਨੀਚੇ ਸੋਲਿਊਸ਼ਨ ਦੇ ਵਿੱਚ ਕਿ AB ਜਿਹੜੀ ਆ ਉਹ DC ਦੇ ਸਮਾਂਤਰ ਹੈ ਤੇ ਫਿਰ ਅੰਦਰਲੇ ਜਿਹੜੇ ਇਕਾਂਤਰ ਕੋਣ ਹੁੰਦੇ ਨੇ ਉਹ ਬਰਾਬਰ ਹੁੰਦੇ ਨੇ। 1 ਤੇ 3 ਵੀ ਬਰਾਬਰ ਹੋ ਗਏ, 2 ਤੇ 4 ਵੀ ਬਰਾਬਰ ਹੋ ਗਏ। ਪਰ ਕੁਐਸਚਨ ਦੇ ਵਿੱਚ ਐਂਗਲ 1 ਤੇ 2 ਜਿਹੜਾ ਡਾਇਗਨਲ ਬਣਾਉਣ ਦੇ ਨਾਲ ਬਣੇ ਸੀਗੇ ਸਮਦੁਭਾਜਿਤ ਹੋਏ ਸੀਗੇ ਉਹ ਬਰਾਬਰ ਹੈਗੇ ਆ। ਇੱਥੋਂ ਅਸੀਂ ਪਹੁੰਚ ਗਏ ਆਪਣੇ ਰਿਜ਼ਲਟ ਦੇ ਕਿ ਐਂਗਲ 3 ਤੇ 4 ਆਪਸ ਦੇ ਵਿੱਚ ਬਰਾਬਰ ਹੈਗਾ। ਇਸ ਲਈ AC ਜਿਹੜਾ ਉਹ ਕੋਣ C ਨੂੰ ਵੀ ਸਮਦੁਭਾਜਿਤ ਕਰਦਾ ਹੈ। ਬੱਚਿਓ ਇਹ ਸੀਗਾ ਇਸ ਕੁਐਸਚਨ ਦਾ ਪਹਿਲਾ ਹਿੱਸਾ। ਦੂਸਰੇ ਹਿੱਸੇ ਦੇ ਵਿੱਚ ਵੈਸੇ ਤੁਸੀਂ ਆਪ ਪੂਰਾ ਕਰਨਾ ਸੀਗਾ। ਥੋੜਾ ਜਿਹਾ ਮੈਂ ਹਿੰਟ ਤੁਹਾਨੂੰ ਦੇ ਦਿੰਨੀ ਆ ਕਿ ਇਸ ਕੁਐਸਚਨ ਨੂੰ ਅਸੀਂ ਕਿਵੇਂ ਸੋਲਵ ਕਰਨਾ ਹੈ ਸੈਕਿੰਡ ਪਾਰਟ ਨੂੰ, ਕਿ ABCD ਇੱਕ ਸਮਾਂਤਰ ਸਮ ਚਤੁਰਭੁਜ ਤੇ ਪਹੁੰਚਣਾ ਸੀ। ਅਸੀਂ ਸਮਾਂਤਰ ਚਤੁਰਭੁਜ ਤੋਂ ਪਿਛਲੇ ਕੁਐਸਚਨ ਦੇ ਵਿੱਚ ਆਇਤ ਤੱਕ ਪਹੁੰਚੇ ਸੀਗੇ, ਅਸੀਂ ਉਹਨੂੰ ਆਇਤ ਪ੍ਰੂਫ ਕੀਤਾ ਸੀਗਾ। ਇਸੇ ਤਰ੍ਹਾਂ ਅਸੀਂ ਅੱਜ ਇਹਨੂੰ ਦੂਸਰੇ ਕੁਐਸਚਨ ਦੇ ਵਿੱਚ ਸਮਾਂਤਰ ਚਤੁਰਭੁਜ ਤੋਂ ਸਮ ਚਤੁਰਭੁਜ ਤੇ ਪਹੁੰਚਣਾ ਆ। ਉਹਦਾ ਮੈਂ ਹਿੰਟ ਦੇ ਦਿੰਨੀ ਆ। ਇਸ ਟ੍ਰਾਇੰਗਲ ਵੱਲ ਧਿਆਨ ਨਾਲ ਦੇਖੋ। ਅਸੀਂ ਕੀ ਸ਼ੋ ਕੀਤਾ ਕਿ ਦੂਸਰਾ ਕੋਣ ਇਹ ਸਾਰੇ ਕੋਣ ਆਪਸ ਦੇ ਵਿੱਚ ਬਰਾਬਰ ਹੈਗੇ ਆ। ਇਹਦਾ ਮਤਲਬ ਦੂਸਰਾ ਕੋਣ ਜਿਹੜਾ ਹੈ ਉਹ ਤੀਸਰੇ ਕੋਣ ਦੇ ਬਰਾਬਰ ਹੈਗਾ ਤੇ ਬਰਾਬਰ ਜਿਹੜੀਆਂ ਭੁਜਾਵਾਂ ਹੁੰਦੀਆਂ ਨੇ, ਠੀਕ ਆ, ਬਰਾਬਰ ਜਿਹੜੇ ਕੋਣ ਹੁੰਦੇ ਨੇ
ਉਹਨਾਂ ਦੇ ਬਿਲਕੁਲ ਸਾਹਮਣੇ ਵਾਲੀਆਂ ਭੁਜਾਵਾਂ, ਜਿਸ ਤਰ੍ਹਾਂ ਕੋਣ 2 ਤੇ 3 ਆਪਸ 'ਚ ਬਰਾਬਰ ਹੈ, 2 ਦੇ ਸਨਮੁਖ ਭੁਜਾ ਹੋ ਗਈ ਸਾਡੇ ਕੋਲ B ਤੇ C। ਇਸੇ ਤਰ੍ਹਾਂ ਕੋਣ 3 ਦੇ ਬਿਲਕੁਲ ਸਾਹਮਣੇ ਵਾਲੀ ਭੁਜਾ A ਤੇ B। ਤੇ ਇੱਕ ਥਿਊਰਮ ਦੇ ਅਨੁਸਾਰ ਜੇ ਕਿਸੇ ਤ੍ਰਿਭੁਜ ਦੇ ਕੋਣ ਬਰਾਬਰ ਹੋਣ ਤੇ ਉਹਦੇ ਸਨਮੁਖ ਵਾਲੀਆਂ ਭੁਜਾਵਾਂ ਦੀ ਲੰਬਾਈ ਵੀ ਆਪਸ 'ਚ ਬਰਾਬਰ ਹੁੰਦੀ ਹੈ। ਇਹਦਾ ਮਤਲਬ AB ਕਿਹਦੇ ਬਰਾਬਰ ਆ ਗਿਆ ਸਾਡੇ ਕੋਲ, BC ਦੇ। ਲਾਗਵੀਂ ਭੁਜਾਵਾਂ ਕੀ ਹੋ ਗਈਆਂ, ਬਰਾਬਰ। ਸਮਾਂਤਰ ਚਤੁਰਭੁਜ ਵਿੱਚ ਸਿਰਫ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ, ਲੇਕਿਨ ਹੁਣ ਅਸੀਂ ਕੀ ਸਾਬਿਤ ਕਰ ਦਿੱਤਾ ਕਿ ਲਾਗਵੀਆਂ ਭੁਜਾਵਾਂ ਵੀ ਬਰਾਬਰ ਨੇ। ਤੇ ਲਾਗਵੀਆਂ ਭੁਜਾਵਾਂ ਫਿਰ ਕਿਹਦੀਆਂ ਬਰਾਬਰ ਹੁੰਦੀਆਂ ਬੱਚਿਓ, ਸਮਚਤੁਰਭੁਜ ਦੀਆਂ। ਇਹ ਸੀਗਾ ਸਾਡੇ ਕੋਲ ਕੁਐਸਚਨ ਦੂਸਰਾ। ਹੁਣ ਅਸੀਂ ਕੁਐਸਚਨਸ ਕਰਦੇ ਹਾਂ ਜਿਹੜੇ ਪੈਸ ਆਧਾਰਿਤ ਹੁੰਦੇ ਨੇ। ਹੁਣ ਅਸੀਂ ਬੱਚਿਓ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਅਸੀਂ ਕਿਹੜੇ ਕੁਐਸਚਨਸ ਲੈ ਰਹੇ ਹਾਂ, ਜਿਹੜੇ ਕੁਐਸਚਨਸ ਦੇ ਵਿੱਚ ਤੁਸੀਂ ਘੱਟ ਪਾਰਟੀਸਪੇਸ਼ਨ ਕੀਤੀ ਸੀਗੀ ਜਦੋਂ ਪੈਸ ਦਾ ਪੇਪਰ ਹੋਇਆ ਸੀਗਾ। ਉਹਦੇ ਵਿੱਚ ਜਿਹੜੇ ਬੱਚੇ ਵੀਕ ਐਲੋਜ਼ ਅਸੀਂ ਚੁਣੇ ਗਏ ਆ, ਜਿਹੜੇ ਸਰ ਸਾਡੇ ਪੋਰਸ਼ਨ ਜਿਹੜੇ ਆ ਵੀਕ ਰਹਿ ਗਏ ਸੀਗੇ, ਉਹਨਾਂ ਦੀ ਅਸੀਂ ਇੱਥੇ ਰਿਵੀਜ਼ਨ ਕਰਾਉਣੀ ਹੈ। ਪਹਿਲਾ ਕੁਐਸਚਨ ਹੈ, ਇੱਕ ਪਰਮੇਯ ਸੰਖਿਆ ਨੂੰ P/Q ਦੇ ਵਿੱਚ ਲਿਖਿਆ ਜਾ ਸਕਦਾ ਹੈ, ਜਿੱਥੇ ਸਾਡੇ ਕੋਲ 4 ਆਪਸ਼ਨ ਲਿਖੀਆਂ ਹੋਈਆਂ ਨੇ। ਹੁਣ ਦੇਖੋ ਪਰਮੇਯ ਸੰਖਿਆ ਦੀ ਪਰਿਭਾਸ਼ਾ ਕੀ ਹੁੰਦੀ ਹੈ। ਪਰਮੇਯ ਸੰਖਿਆ ਦੀ ਪਰਿਭਾਸ਼ਾ ਹੁੰਦੀ ਹੈ ਜਿਹੜੀਆਂ ਸੰਖਿਆਵਾਂ ਨੂੰ P/Q ਰੂਪ ਦੇ ਵਿੱਚ ਲਿਖਿਆ ਜਾ ਸਕੇ। ਕਿਹੜੀਆਂ ਸੰਖਿਆਵਾਂ ਨੂੰ, ਜਿਹੜੀਆਂ ਸੰਪੂਰਨ ਸੰਖਿਆਵਾਂ ਹੋਣ। ਹੁਣ ਜਿੱਥੇ P ਤੇ Q ਕੀ ਨੇ, ਸੰਪੂਰਨ ਸੰਖਿਆਵਾਂ। ਇੱਕ ਹੋਰ ਇਹਦੀ ਕੰਡੀਸ਼ਨ ਹੁੰਦੀ ਹੈ ਕਿ ਇੱਥੇ Q 0 ਨਹੀਂ ਹੋਣਾ ਚਾਹੀਦਾ। P ਤੇ Q ਸੰਪੂਰਨ ਸੰਖਿਆਵਾਂ ਹੋਣੀਆਂ ਚਾਹੀਦੀਆਂ, ਪਰ Q 0 ਨਹੀਂ ਹੋਣਾ ਚਾਹੀਦਾ। ਇਹ ਦੋਨੋਂ ਕੰਡੀਸ਼ਨ ਲੱਭੋ ਜ਼ਰਾ, ਕਿਹੜੇ ਪੁਆਇੰਟ 'ਚ ਲਿਖੀਆਂ, A 'ਚ ਲਿਖੀਆਂ ਹੋਈਆਂ ਜਾਂ B 'ਚ ਜਾਂ C 'ਚ ਜਾਂ D ਦੇ ਵਿੱਚ। ਇਹ ਬੱਚੋ ਲਿਖੀਆਂ ਹੋਈਆਂ C ਆਪਸ਼ਨ ਦੇ ਵਿੱਚ, ਜਿੱਥੇ P ਅਤੇ Q ਸੰਪੂਰਨ ਸੰਖਿਆਵਾਂ ਹਨ ਪਰ Q 0 ਦੇ ਬਰਾਬਰ ਨਹੀਂ ਹੈ। ਤੇ ਸਾਡਾ ਫਿਰ ਸਹੀ ਉੱਤਰ ਕਿਹੜਾ ਆਏਗਾ, ਸਾਡੇ ਕੋਲ ਸਹੀ ਆਨਸਰ ਆਏਗਾ ਆਪਸ਼ਨ C। ਹੁਣ ਅਸੀਂ ਦੂਸਰਾ ਕੁਐਸਚਨ ਕਰਦੇ ਹਾਂ। ਸਾਡਾ ਦੂਸਰਾ ਕੁਐਸਚਨ ਹੈਗਾ 3 ਜਮਾ ਵਰਗਮੂਲ 3 ਇੱਕ ਕਿਹੜੀ ਸੰਖਿਆ ਹੈ, ਪਰਿਮੇਯ ਸੰਖਿਆ ਹੈ, ਅਪਰਿਮੇਯ ਹੈ, ਪੂਰਨ ਹੈ ਕਿ ਪ੍ਰਕਿਰਤਿਕ ਸੰਖਿਆ ਹੈ। ਹੁਣ ਦੇਖੋ 3 ਜਮਾ ਵਰਗਮੂਲ 3, 3 ਹੈਗੀ ਹੈ ਸਾਡੇ ਕੋਲ ਪਰਿਮੇਯ ਸੰਖਿਆ, ਵਰਗਮੂਲ 3 ਹੈਗੀ ਸਾਡੇ ਕੋਲ ਅਪਰਿਮੇਯ ਸੰਖਿਆ। ਤੇ ਜਦੋਂ ਅਸੀਂ ਪਰਿਮੇਯ ਸੰਖਿਆਵਾਂ ਤੇ ਅਪਰਿਮੇਯ ਸੰਖਿਆਵਾਂ ਨੂੰ ਜੋੜ ਕਰਦੇ ਹਾਂ ਤੇ ਉਹਦਾ ਜਵਾਬ ਵੀ ਕੀ ਆਉਂਦਾ ਹੈ, ਅਪਰਿਮੇਯ ਸੰਖਿਆ। ਇਸ ਕਰਕੇ ਸਾਡਾ ਫਿਰ ਸਹੀ ਜਵਾਬ ਕਿਹੜਾ ਹੋਏਗਾ, ਆਪਸ਼ਨ ਨੰਬਰ C ਅਪਰਿਮੇਯ ਸੰਖਿਆ। ਬੱਚਿਓ ਇਹ ਸੀਗਾ ਸਾਡੀ ਅੱਜ ਦੀ ਅਸਾਈਨਮੈਂਟ, ਜਿਹਦੇ ਵਿੱਚ ਅਸੀਂ ਸਮਾਂਤਰ ਚਤੁਰਭੁਜਾਵਾਂ ਦੀਆਂ ਥਿਊਰਮਸ ਕੀਤੀਆਂ ਤੇ 8.1 ਦੇ ਕੁਝ ਕੁਐਸਚਨਸ ਕੀਤੇ ਹੈ। ਹੁਣ ਤੁਸੀਂ ਇਹਨਾਂ ਕੁਐਸਚਨਸ ਨੂੰ ਕਾਪੀਆਂ 'ਤੇ ਇੱਕ ਵਾਰੀ ਲਿਖੋ ਤੇ ਨੋਟ ਕਰੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ। ਥੈਂਕ ਯੂ ਸੋ ਮਚ।